ਹੈਲੋ ਸਟੂਡੈਂਟਸ, ਆਰਗੈਨਿਕ ਕੈਮਿਸਟਰੀ ਕਰਦੇ ਪਏ ਸੀਗੇ। ਇਹਦੇ ਵਿੱਚ ਤੁਹਾਨੂੰ ਮੈਂ ਆਰਗੈਨਿਕ ਕੈਮਿਸਟਰੀ ਦੇ ਵਿੱਚ ਇੱਕ ਤਾਂ ਨੰਬਰ ਆਫ ਕਾਰਬਨ ਦੇ ਬਾਰੇ ਥੋੜ੍ਹਾ ਜਿਹੜਾ ਤੁਹਾਨੂੰ ਨੌਲੇਜ ਦਿੱਤਾ ਸੀਗਾ ਕਿ ਇੱਕ ਕਾਰਬਨ ਹੋਵੇ ਅਤੇ ਮਿਥ, ਦੋ ਕਾਰਬਨ ਹੋਏ, ਨੰਬਰ ਆਫ ਕਾਰਬਨ ਦੋ ਹੋਵੇ ਅਤੇ ਇਥ, ਪ੍ਰੋਪ, ਬਿਊਟ ਐਂਡ ਸੋ ਔਨ। ਫਿਰ ਮੈਂ ਤੁਹਾਨੂੰ ਉਹਦੀ ਕਲਾਸੀਫਿਕੇਸ਼ਨ ਜਿਹੜੀ ਹੈ ਉਹ ਕਰਵਾਈ ਸੀਗੀ। ਦੈਟ ਵਾਜ਼ ਰਿਗਾਰਡਿੰਗ ਮਲਟੀਪਲ ਬੌਂਡ ਐਂਡ ਸਿੰਗਲ ਬੌਂਡ, ਸੈਚੂਰੇਟਡ ਅਤੇ ਅਨਸੈਚੂਰੇਟਡ ਹਾਈਡਰੋਕਾਰਬਨ ਦੀ ਗੱਲਬਾਤ ਹੋਈ ਸੀਗੀ। ਫਿਰ ਗੱਲ ਆਈ ਸੀ ਆਰਗੈਨਿਕ ਕੰਪਾਊਂਡਸ ਦੀ ਕਲਾਸੀਫਿਕੇਸ਼ਨ ਦੇ ਉੱਤੇ। ਕਲਾਸੀਫਾਈ ਜਿਹੜਾ ਅਸੀਂ ਇਸ ਤਰ੍ਹਾਂ ਕੀਤਾ ਨਾ, ਇਸ ਤਰੀਕੇ ਨਾਲ ਕੀਤਾ ਸੀਗਾ ਕਿ ਆਰਗੈਨਿਕ ਕੰਪਾਊਂਡ ਦੋ ਕੈਟੇਗਰੀਜ਼ ਦੇ ਵਿੱਚ ਜਿਹੜੇ ਨੇ ਕਲਾਸੀਫਾਈ ਕੀਤੇ ਸੀਗੇ। ਵਨ ਇਜ਼ ਏ ਸਾਈਕਲਿਕ ਔਰ ਓਪਨ ਚੇਨ ਕੰਪਾਊਂਡਸ, ਅਦਰ ਆਰ ਸਾਈਕਲਿਕ ਔਰ ਕਲੋਜ਼ਡ ਚੇਨ ਔਰ ਰਿੰਗ ਕੰਪਾਊਂਡਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ। ਇਹ ਰਿੰਗ ਕੰਪਾਊਂਡਸ ਅੱਗੇ ਫਿਰ ਟੂ ਟਾਈਪਸ ਸੀਗੀਆਂ, ਐਲੀਸਾਈਕਲਿਕ ਕੰਪਾਊਂਡਸ ਅਤੇ ਐਰੋਮੈਟਿਕ ਕੰਪਾਊਂਡਸ। ਐਲੀਸਾਈਕਲਿਕ ਕੰਪਾਊਂਡਸ ਦੀਆਂ ਅੱਗੇ ਦੋ ਕੈਟੇਗਰੀਜ਼ ਬਣੀਆਂ ਸੀ, ਹੋਮੋਸਾਈਕਲਿਕ ਅਤੇ ਹੈਟਰੋਸਾਈਕਲਿਕ। ਐਰੋਮੈਟਿਕ ਕੰਪਾਊਂਡਸ ਬੈਂਜ਼ਨੋਇਡ, ਨੋਨ ਬੈਂਜ਼ਨੋਇਡ ਅਤੇ ਹੈਟਰੋਸਾਈਕਲਿਕ ਐਰੋਮੈਟਿਕ ਕੰਪਾਊਂਡਸ। ਇਹ ਸਾਰਾ ਕੰਮ ਜਿਹੜਾ ਤੁਸੀਂ ਪਿੱਛੇ ਕਰ ਚੁੱਕੇ ਹੋ। ਅੱਜ ਮੈਂ ਤੁਹਾਨੂੰ ਇਹਦੇ ਜਿਹੜੇ ਨੇ ਇੱਕ ਜਿਹੜਾ ਪਾਰਟ ਹੈ, ਜਿਸ ਤਰ੍ਹਾਂ ਐਲੀਸਾਈਕਲਿਕ ਕੰਪਾਊਂਡ ਹੈ, ਓਪਨ ਚੇਨ ਕੰਪਾਊਂਡਸ ਜਿਹੜੇ ਕਿਹੜੇ ਹੁੰਦੇ ਨੇ ਉਹਨਾਂ ਬਾਰੇ ਥੋੜ੍ਹਾ ਬਹੁਤਾ ਜਿਹੜਾ ਅਸੀਂ ਡਿਸਕਸ ਕਰਾਂਗੇ। ਅਤੇ ਇਸ ਤੋਂ ਬਾਅਦ ਜਿਹੜੀ ਹੈ IUPAC ਨੇਮਿੰਗ ਜਿਹੜੀ ਉਹ ਸਟਾਰਟ ਹੋਏਗੀ, ਕਿਉਂਕਿ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਇਹ ਕੰਪਾਊਂਡ ਕਿਸ ਕੈਟੇਗਰੀ ਨੂੰ ਬਿਲੋਂਗ ਕਰਦੇ ਆ। ਸਭ ਤੋਂ ਪਹਿਲੇ ਅਸੀਂ ਕਰਾਂਗੇ ਓਪਨ ਚੇਨ ਕੰਪਾਊਂਡਸ। ਓਪਨ ਚੇਨ ਕੰਪਾਊਂਡਸ ਜਿਹੜੇ ਨੇ ਉਹ ਹਾਈਡਰੋਕਾਰਬਨ ਹੀ ਨੇ। ਹਾਈਡਰੋਕਾਰਬਨਸ ਉਦੋਂ ਤੁਹਾਨੂੰ ਦੱਸਿਆ ਸੀਗਾ ਕਿ ਕਾਰਬਨ ਅਤੇ ਹਾਈਡਰੋਜਨ ਨੂੰ ਮਿਕਸ ਕਰਕੇ ਜਿਹੜੀ ਚੀਜ਼ ਬਣਦੀ ਹੈ, ਦੈਟ ਇਜ਼ ਹਾਈਡਰੋਕਾਰਬਨ। ਹਾਈਡਰੋਕਾਰਬਨ ਦੇ ਵਿੱਚ ਜਿਹੜੇ ਨੇ ਉਹ ਪਹਿਲੀ ਜਿਹੜੀ ਟਾਈਪ ਹੈ ਅਸੀਂ ਡਿਸਕਸ ਕਰਾਂਗੇ। ਫਸਟ ਟਾਈਪ ਇਜ਼ एसाइक्लिक और ओपन चेन कंपाउंड्स। एसाइक्लिक और ओपन चेन कंपाउंड्स। एसाइक्लिक का मतलब साइक्लिक नहीं है। ओपन चेन कंपाउंड्स की कार्बन चेन जड़ी है वो ओपन है, लाइक दिस। दो कार्बन इथ बोल दे, सिंगल बॉन्ड एन, इथेन, C2H6 इनू कहते। ठीक है, यह चेन जड़ी है वो ब्रांचड भी हो सकती है, लाइक दिस। ਇਹ ਚੇਨ ਬ੍ਰਾਂਚਡ ਵੀ ਹੋ ਸਕਦੀ। ਹੁਣ ਇਹਨੂੰ ਅਸੀਂ ਕੰਡੈਂਸਡ ਫਾਰਮ ਦੇ ਵਿੱਚ ਵੀ ਲਿਖ ਸਕਦੇ ਹਾਂ। ਮੈਂ ਥੋੜ੍ਹਾ ਜਿਹਾ ਸਟਰਕਚਰਲ ਫਾਰਮ 'ਚ ਲਿਖਦਾ ਤਾਂ ਜੋ ਕਿਸੇ ਚੀਜ਼ ਦਾ ਕੋਈ ਭੁਲੇਖਾ ਨਾ ਰਹਿ ਜਾਵੇ। ਕਾਰਬਨ ਦੀ ਵੈਲੈਂਸੀ 4 ਹਰ ਥਾਂ 'ਤੇ 1 2 3 4 1 2 3 4 ਜਿਹੜੇ ਮਰਜ਼ੀ ਕਾਰਬਨ ਦੇਖ ਲਓ, ਟੈਟਰਾਵੈਲੈਂਟ ਹੈ। ਇਹਨੂੰ ਜਿਹੜਾ ਕੰਡੈਂਸਡ ਫਾਰਮ 'ਚ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, CH3 ਤੁਹਾਨੂੰ ਜਿਸ ਤਰ੍ਹਾਂ ਈਜ਼ੀ ਲੱਗਦਾ ਤੁਸੀਂ ਉਸ ਤਰੀਕੇ ਨਾਲ ਜਿਹੜਾ ਉਹਨੂੰ ਯਾਦ ਰੱਖਣਾ। ठीक है, यह हुण ब्रांचड है। कुछ इहो ਜਿਹੇ भी हो सकते ए साइक्लिक या ओपन चेन जिन्हां नाल कोई स्पैशल ग्रुप लगा होवे, लाइक दिस। तुसीं वैसे 10th स्टैंडर्ड तक यह चीज़ पढ़ी हुई, ਇਹਦਾ ਨਾਂ ਤਾਂ ਤੁਹਾਨੂੰ पता ही है, मैं उधर भी ਤੁਹਾਨੂੰ ਦੱਸਿਆ ਸੀਗਾ। इट्स नेम इज़ इथाइल अल्कोहल और इथेनॉल। दिस इज़ आइसोब्यूटेन सॉरी। 10th ਵਿੱਚ ਤੁਸੀਂ ਪੜ੍ਹਿਆ ਬਿਊਟੇਨ ਅਤੇ ਆਈਸੋਬਿਊਟੇਨ ਦੇ ਵਿੱਚ ਫਰਕ ਤੁਸੀਂ ਪੜ੍ਹਿਆ ਹੋਇਆ। ਠੀਕ ਹੈ, ਆਲ ਦੀਜ਼ ਆਰ ਓਪਨ ਚੇਨ। ਦੂਜੀ ਕੈਟੇਗਰੀ ਜਿਹੜੀ ਤੁਸੀਂ ਪੜ੍ਹੀ ਕਲਾਸੀਫਿਕੇਸ਼ਨ ਦੇ ਵਿੱਚ ਪੜ੍ਹੀ, ਸੈਕਿੰਡ ਕੈਟੇਗਰੀ ਵਾਜ਼ ਸਾਈਕਲਿਕ ਔਰ ਕਲੋਜ਼ਡ ਚੇਨ ਵੀ ਇਹਨੂੰ ਕਹਿ ਸਕਦੇ। ਕਲੋਜ਼ਡ ਚੇਨ ਇੱਕ ਨਾਂ ਹੋਰ ਦਿੱਤਾ ਸੀ, ਔਰ ਰਿੰਗ कंपाउंड्स और रिंग कंपाउंड्स। हुण इहदे विच जिहड़ी है वो एसाइक्लिक, एलीसाइक्लिक ते एरोमैटिक दो टाइप्स कीतियां सीगीआं।
ਐਲੀਸਾਈਕਲਿਕ ਦੇ ਵਿੱਚ ਸਾਈਕਲਿਕ ਜਾਂ ਐਲੀਸਾਈਕਲਿਕ ਦੇ ਵਿੱਚ ਗੱਲ ਆ ਜਾਂਦੀ ਹੈ ਕਿ ਜਦੋਂ ਕਾਰਬਨ, ਮੰਨ ਲਓ ਮੈਂ ਇੱਕ ਐਗਜ਼ਾਮਪਲ ਲੈਣਾ, ਇਹ 3 ਕਾਰਬਨ ਨੇ, ਪ੍ਰੋਪੇਨ, ਦਿਸ ਇਜ਼ ਏਸਾਈਕਲਿਕ 1 2 ਤੇ 3। ਜੇ ਪਹਿਲਾ ਕਾਰਬਨ ਤੀਸਰੇ ਦੇ ਨਾਲ ਜੁੜ ਜਾਵੇ ਤਾਂ ਸਟਰਕਚਰ ਕੁਛ ਇਸ ਤਰ੍ਹਾਂ ਦੀ ਨਜ਼ਰ ਆਏਗੀ। ਅਸੀਂ ਕਹਾਂਗੇ ਇੱਕ ਸਾਈਕਲ ਕੰਪਲੀਟ ਹੋ ਗਿਆ, 1 2 ਐਂਡ 3, ਪਹਿਲਾ ਕਾਰਬਨ ਤੀਸਰੇ ਦੇ ਨਾਲ ਜੁੜ ਗਿਆ, ਇੱਕ ਸਾਈਕਲ ਕੰਪਲੀਟ ਹੋ ਗਿਆ, ਜਿੱਥੋਂ ਚੱਲੇ ਸੀ ਉੱਥੇ ਹੀ ਵਾਪਸ ਆ ਗਏ। ਇੱਕ ਗੱਲ ਯਾਦ ਰੱਖੋ, ਇਹ ਇੱਕ ਐਲੀਸਾਈਕਲਿਕ, ਕਿਉਂਕਿ ਇਹ ਐਲੀਫੈਟਿਕ ਹੈ। ਐਲੀਫੈਟਿਕ ਦਾ ਮਤਲਬ ਹੁੰਦਾ ਹੈ ਓਪਨ ਚੇਨ, ਜਾਂ ਤੁਸੀਂ ਇਸ ਤਰ੍ਹਾਂ ਕਹ ਲਓ ਕਿ ਬ੍ਰਾਂਚਡ ਚੇਨ ਵੀ ਹੋ ਸਕਦੀ, ਓਪਨ ਚੇਨ ਵੀ ਹੋ ਸਕਦੀ ਹੈ। ਕਰੈਕਟਰ ਜਿਹੜੇ ਨੇ ਇਹਦੇ ਸਿੰਗਲ ਬੌਂਡ ਵਾਲੇ ਨੇ ਜਾਂ ਡਬਲ ਬੌਂਡ ਵਾਲੇ ਨੇ, ਪਰ ਐਰੋਮੈਟਿਕ ਨਹੀਂ। ਐਰੋਮੈਟਿਕ ਮੈਂ ਤੁਹਾਨੂੰ ਬਾਅਦ 'ਚ ਦੱਸਦਾ, ਪਹਿਲੇ ਇਹਨੂੰ ਇਸੇ ਚੀਜ਼ ਨੂੰ ਕੰਪਲੀਟ ਕਰੀਏ। ਇੱਥੋਂ ਸ਼ੁਰੂ ਹੋਏ ਸੀਗੇ, ਮੁੜ ਕੇ ਇੱਥੇ ਹੀ ਖਤਮ ਹੋਏ। ਮੈਂ ਹੁਣ ਇੱਕ ਐਗਜ਼ਾਮਪਲ ਹੋਰ ਲੈਣਾ, ਸੇ ਇੱਕ ਕਾਰਬਨ ਵੱਧ ਗਿਆ, ਦਿਸ ਇਜ਼ ਨੋਰਮਲ ਬਿਊਟੇਨ, 4 ਕਾਰਬਨ ਨੇ, ਬਿਊਟ, ਸਿੰਗਲ ਬੌਂਡ ਏਨ। ਹੁਣ ਇਹ 1 2 3 ਐਂਡ 4, ਹੁਣ ਪਹਿਲਾ ਕਾਰਬਨ ਚੌਥੇ ਦੇ ਨਾਲ ਜੁੜ ਜਾਵੇ, ਸਟਰਕਚਰ ਕੁਛ ਇਸ ਤਰ੍ਹਾਂ ਦਾ ਨਜ਼ਰ ਆਏਗਾ। ਦਿਸ ਇਜ਼ 1 2 3 ਐਂਡ 4, ਇੱਕ ਸਾਈਕਲ ਕੰਪਲੀਟ ਹੋ ਗਿਆ। ਇਸ ਤਰ੍ਹਾਂ ਦੇ ਕਲੋਜ਼ਡ ਚੇਨ ਰਿੰਗ ਕੰਪਾਊਂਡਸ ਕਹਿਲਾਉਂਦੇ ਨੇ। ਇਹਨਾਂ ਦਾ ਨਾਂ ਜਿਹੜਾ ਹੈ, ਇਹ ਪ੍ਰੋਪੇਨ ਹੈ, ਅਤੇ ਜਦੋਂ ਇੱਕ ਸਾਈਕਲ ਕੰਪਲੀਟ ਹੋ ਗਿਆ, ਪਹਿਲਾ ਤੀਸਰੇ ਦੇ ਨਾਲ ਜੁੜਿਆ, ਪਹਿਲਾ ਕਾਰਬਨ ਤੀਸਰੇ ਨਾਲ ਜੁੜਿਆ, ਦਿਸ ਇਜ਼ ਨੋਨ ਐਜ਼ ਸਾਈਕਲੋਪ੍ਰੋਪੇਨ। दिस इज ब्यूटेन, दिस इज साइक्लोब्यूटेन। ठीक है, एक साइकिल कंप्लीट होता है। इस तरह जो कार्बन नंबर बढ़ता जाए, फॉर एग्जाम्पल मैं इत्थे ही एग्जाम्पल चेंज कर देवांगा। मान लो एक कार्बन होर बढ़ गया, दिस इज पेंटेन, तो पहला कार्बन पंजवें के कार्बन के नाल जुड़ जाए, स्ट्रक्चर कुछ इस तरह का नज़र आएगा। वैलेंसी शो हो रही कि कार्बन की वैलेंसी देखो हर जगह 4 1 2 3 4 1 2 3 4 टेट्रावेलेंट है। यह की होएगा, साइक्लोपेंटेन। ठीक है, देखो एक गल होर याद रखो कि जो ओपन चेन तो क्लोज्ड चेन बने, 2 हाइड्रोजनस घट जाते हैं। फॉर एग्जाम्पल प्रोपेन है, यदा मॉलिक्यूलर फॉर्मूला की होएगा C3H8, तो साइक्लोप्रोपेन का मॉलिक्यूलर फॉर्मूला की होएगा C3H6। सिमिलरली ब्यूटेन C4H10, C4H8, 1 2 3 4 5 6 7 8 हाइड्रोजन 8। यह हाइड्रोजन इतने अंडरस्टूड होंगे जी। ठीक है, ये सैचुरेटेड भी हो सकते, ये अनसैचुरेटेड भी हो सकते। इतने डबल बॉन्ड लग जाए तो साइक्लोब्यूटीन हो जाएगी, साइक्लोप्रोपीन हो जाएगी। जो डबल बॉन्ड लग जाता, कार्बन की वैलेंसी जी उस हिसाब से रखनी। इस तो इलावा एक एलीसाइक्लिक किया, दूसरा जी टाइप है वो हिट्रोसाइक्लिक कंपाउंड किया। एलीसाइक्लिक कंपाउंड 2 तरह के किए, होमोसाइक्लिक तो हिट्रोसाइक्लिक। हुण हिट्रोसाइक्लिक किहड़े हुंदे ने, जिन्हां दे विच रिंग टाइप स्ट्रक्चर हुंदी है, पर हर जगह के उत्ते कार्बन नहीं हुंदा। एक जगह के उत्ते उन्हां चों कम से कम एक जगह के उत्ते कार्बन की बजाय कोई नॉन कार्बन जिहड़ा वो हो सकता है, अदर दैन कार्बन मे बी प्रेजेंट। फॉर एग्जाम्पल मैं एक एग्जाम्पल बनाना इत्थे, हुण एक जगह ऑक्सीजन आ गया,
दिस इज टेट्राहाइड्रोफ्यूरेन। ਟੈਟਰਾਹਾਈਡਰੋਫਿਊਰੇਨ ਇਹਦਾ ਨਾਂ। ਹੁਣ ਦੇਖੋ ਇਹ ਇੱਕ ਰਿੰਗ ਸਟਰਕਚਰ ਬਣੀ ਹੈ। ਰਿੰਗ ਸਟਰਕਚਰ ਜਿਹੜੀ ਹੈ ਜਿੰਨੇ ਇਹਦੇ ਕੋਨੇ ਹੁੰਦੇ ਨੇ ਉਹ ਕਾਰਬਨ ਅੰਡਰਸਟੂਡ ਹੁੰਦੇ ਹੈ। ਜੇ ਇੱਕ ਲਾਈਨ ਹੈ ਤੇ ਉਹ ਸਿੰਗਲ ਬੌਂਡ ਨਜ਼ਰ ਆਉਂਦਾ। ਸਿੰਗਲ ਬੌਂਡ ਜਿਹੜਾ ਹੁੰਦਾ ਫੋਰ ਐਗਜ਼ਾਮਪਲ ਸਾਈਕਲੋਪ੍ਰੋਪੇਨ ਨੂੰ ਮੈਂ ਇਸ ਤਰ੍ਹਾਂ ਵੀ ਬਣਾ ਸਕਦਾ। ਇਹਨੂੰ ਬੋਲਦੇ ਅਸੀਂ ਲਾਈਨ ਨੋਟੇਸ਼ਨ। ਇਹਦਾ ਮਤਲਬ ਅੰਡਰਸਟੂਡ ਹੈ ਕਿ ਇੱਥੇ ਕਾਰਬਨ ਇੱਕ ਇੱਥੇ ਕਾਰਬਨ ਹੈ। ਸਿੰਗਲ ਬੌਂਡ ਦਾ ਮਤਲਬ ਹੈ ਕਾਰਬਨ ਦੀ ਵੈਲੈਂਸੀ 4 ਹੋ ਰਹੀ ਹੈ। ਇੱਧਰ CH2 ਹੋਏਗਾ, ਇੱਧਰ ਵੀ CH2 ਹੋਏਗਾ, ਇੱਧਰ ਵੀ CH2 ਹੋਏਗਾ। ਜੇ ਸਾਈਕਲੋਬਿਊਟੇਨ ਦੀ ਮੈਂ ਗੱਲ ਕਰਾਂ ਇਹਨੂੰ ਅਸੀਂ ਲਾਈਨ ਨੋਟੇਸ਼ਨ ਦੇ ਨਾਲ ਇਸ ਤਰ੍ਹਾਂ ਵੀ ਰਿਪਰੈਜ਼ੈਂਟ ਕਰ ਰਹੇ ਹਾਂ। ਇਹ ਅੰਡਰਸਟੂਡ ਹੈ ਕਿ 4 ਜਿਹੜੇ ਨੇ ਉਹ ਕਾਰਨਰਸ ਨੇ, ਚਾਰਾਂ ਕਾਰਨਰਸ ਦੇ ਉੱਤੇ ਜਿਹੜਾ ਕਾਰਬਨ ਹੈ। ਜੇ ਇਹ ਇੱਕ ਲਾਈਨ ਸ਼ੋ ਹੋ ਰਹੀ ਹੈ ਦੈਟ ਇਜ਼ ਸਿੰਗਲ ਬੌਂਡ। ਇਹਦਾ ਮਤਲਬ ਇੱਧਰ ਵੀ CH2 ਹੋਏਗਾ, ਇੱਧਰ ਵੀ CH2 ਹੋਏਗਾ, ਇੱਧਰ ਵੀ CH2 ਹੋਏਗਾ। ਮੈਂ ਜੇ ਇਸ ਤਰ੍ਹਾਂ ਦੀ ਸਟਰਕਚਰ ਬਣਾਉਣਾ ਦੇਖ ਲਓ ਕਾਰਨਰਸ ਕਿੰਨੇ ਨੇ, 5 ਕਾਰਨਰ ਨੇ। ਹੁਣੇ ਬਣਾ ਕੇ ਹਟਿਓ 1 2 3 4 ਐਂਡ 5। ਇਹਦਾ ਮਤਲਬ ਹੈ ਸਾਈਕਲੋਪੈਂਟੇਨ ਦੀ ਗੱਲ ਹੋ ਰਹੀ ਹੈ। ਸਿੰਗਲ ਲਾਈਨਾਂ ਦਾ ਮਤਲਬ ਸਿੰਗਲ ਬੌਂਡ। ਹਰ ਪਾਸੇ ਕਾਰਬਨ ਦੀ ਵੈਲੈਂਸੀ ਜਿਹੜੀ ਉਹ 4 ਹੈ। ਇਹ ਅੰਡਰਸਟੂਡ ਹੁੰਦਾ ਕਿ ਇਸ ਦੇ ਉੱਤੇ 2 ਹਾਈਡਰੋਜਨ ਜਿਹੜੇ ਨੇ ਬਾਹਰ ਨੂੰ ਹੋਣਗੇ। ਉਸ ਤਰ੍ਹਾਂ ਟੈਟਰਾਹਾਈਡਰੋਫਿਊਰੇਨ ਇੱਥੇ ਕਾਰਬਨ ਹੋਏਗਾ, ਇੱਥੇ ਕਾਰਬਨ, ਇੱਥੇ ਕਾਰਬਨ, ਇੱਥੇ ਕਾਰਬਨ ਔਰ ਹਰੇਕ ਦੀ ਵੈਲੈਂਸੀ। ਜੇ ਮੈਂ ਆਹ ਸਟਰਕਚਰ ਬਣਾ ਦੇਵਾਂ ਦਿਸ ਸਟਰਕਚਰ ਇਜ਼ ਮੈਂਟ ਫॉर ਸਾਈਕਲੋਹੈਕਸੇਨ। ਸਾਈਕਲੋਹੈਕਸੇਨ 6 ਕਾਰਨਰ ਨਜ਼ਰ ਆ ਰਹੇ ਨੇ। ਠੀਕ ਹੈ, ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਉਹ ਕਲਾਸੀਫਾਈ ਕਰਦੇ ਹਾਂ। these are alicyclic compounds, all these are alicyclic compounds and this is heterocyclic। heterocyclic compound ਕਿਹੜਾ ਹੈ ਜਿਹ 'ਚ ਅਦਰ ਦੈਨ ਕਾਰਬਨ, ਰਿੰਗ ਦੇ ਵਿੱਚ ਅਦਰ ਦੈਨ ਕਾਰਬਨ ਹੋਵੇ, ਕੋਈ ਕਾਰਬਨ ਤੋਂ ਇਲਾਵਾ ਕੋਈ ਹੋਰ ਚੀਜ਼ ਜਿਹੜੀ ਹੈ ਉਹ ਲੱਗੀ ਹੋਵੇ। ਹੁਣ ਇਹ ਇੱਕ ਕੈਟੇਗਰੀ ਹੋ ਗਈ। ਫਿਰ ਐਲੀਸਾਈਕਲਿਕ ਕੰਪਾਊਂਡਸ ਅਤੇ ਜਿਹੜੇ ਤੁਸੀਂ ਸਾਈਕਲਿਕ ਅਸੀਂ ਪੜ੍ਹ ਰਹੇ ਸੀਗੇ, ਸਾਈਕਲਿਕ, ਐਲੀਸਾਈਕਲਿਕ ਅਤੇ ਐਰੋਮੈਟਿਕ 2 ਟਾਈਪ ਸੀਗੀਆਂ। ਹੁਣ ਅਸੀਂ ਕਰਾਂਗੇ ਐਰੋਮੈਟਿਕ ਕੰਪਾਊਂਡਸ ਕੀ ਹੁੰਦੇ ਨੇ। ਦੇਖੋ ਐਰੋਮੈਟਿਕ ਕੰਪਾਊਂਡਸ ਜਿਸ ਤਰ੍ਹਾਂ ਕਿ ਨਾਂ ਤੋਂ ਹੀ ਪਤਾ ਲੱਗ ਰਿਹਾ ਐਰੋਮਾ। ਐਰੋਮਾ ਦਾ ਮਤਲਬ ਹੁੰਦਾ ਹੈ ਇੱਕ ਖਾਸ ਕਿਸਮ ਦੀ ਸਮੈਲ। ਫੋਰ ਐਗਜ਼ਾਮਪਲ ਜਿੰਨੇ ਵੀ ਜਿਸ ਤਰ੍ਹਾਂ ਅਸੀਂ ਐਗਜ਼ਾਮਪਲ ਲੈ ਲਈਏ ਕਲੋਵ ਹੈ, ਲੌਂਗ ਹੈ, ਜਿਸ ਤਰ੍ਹਾਂ ਇਲਾਚੀਆਂ ਨੇ, ਇਹਨਾਂ ਦੀ ਇੱਕ ਖਾਸ ਸਮੈਲ ਹੁੰਦੀ ਹੈ। ਅਸੀਂ ਇੱਥੇ ਐਰੋਮੈਟਿਕ ਸਪੈਸ਼ਲ ਕੰਪਾਊਂਡ ਹੈ। ਇਹਦੇ ਵਿੱਚ ਤੁਸੀਂ ਕਾਫੀ ਡਿਟੇਲ ਪੜ੍ਹਨੀ ਵੀ ਹੈ, ਹੈਗੀ ਵੀ ਹੈ। ਸੈਕਿੰਡ ਟਾਈਪ ਸੀਗੀ ਐਰੋਮੈਟਿਕ। ਐਰੋਮੈਟਿਕ ਕੰਪਾਊਂਡਸ। ਐਰੋਮੈਟਿਕ ਕੰਪਾਊਂਡਸ ਦੇ ਵਿੱਚ ਅਸੀਂ 2 ਕੈਟੇਗਰੀਜ਼ ਪੜ੍ਹੀਆਂ ਸੀਗੀਆਂ। ਇੱਕ ਪੜ੍ਹੇ ਸੀਗੇ ਬੈਂਜ਼ੋਨੋਇਡ ਐਰੋਮੈਟਿਕ, ਇੱਕ ਪੜ੍ਹੇ ਸੀ ਨੋਨ ਬੈਂਜ਼ੋਨੋਇਡ, ਅਤੇ ਇੱਕ ਪੜ੍ਹੇ ਸੀਗੇ ਇੱਕ ਤੁਹਾਨੂੰ ਕਲਾਸੀਫਾਈ ਜਿਹੜਾ ਤੁਸੀਂ ਕੀਤਾ ਸੀਗਾ ਉਹ ਹੈਟਰੋਸਾਈਕਲਿਕ ਐਰੋਮੈਟਿਕ ਕੰਪਾਊਂਡਸ ਦੇ ਵਿੱਚ ਕੀਤਾ ਸੀਗਾ। ਇੱਕ ਗੱਲ ਯਾਦ ਰੱਖੋ, ਐਰੋਮੈਟਿਕ ਕੰਪਾਊਂਡਸ ਆਰ ਦੋਜ਼, ਜੇ ਅਸੀਂ ਬੈਂਜ਼ੋਨੋਇਡ ਦੀ ਗੱਲ ਕਰੀਏ ਇਹ ਵੀ ਰਿੰਗ ਕੰਪਾਊਂਡਸ ਹੀ ਨੇ। ਇਹ ਵੀ ਰਿੰਗ ਕੰਪਾਊਂਡਸ ਨੇ, ਪਰ ਲੇਕਿਨ ਇਹਨਾਂ ਦੇ ਵਿੱਚ ਮਲਟੀਪਲ ਬੌਂਡਿੰਗ ਹੁੰਦੀ ਹੈ। ਮਲਟੀਪਲ ਬੌਂਡਿੰਗ ਇਨ ਦਾ ਸੈਂਸ ਕਿ ਜੇ ਅਸੀਂ ਬੈਂਜ਼ੋਨੋਇਡ ਦੀ ਗੱਲ ਕਰੀਏ, ਬੈਂਜ਼ੀਨੋਇਡਸ ਉਹ ਨੇ ਜਿਨ੍ਹਾਂ ਦੇ ਵਿੱਚ ਬੈਂਜ਼ੀਨ ਰਿੰਗ ਦੀ ਪ੍ਰੈਜ਼ੈਂਸ ਹੁੰਦੀ ਹੈ। ਤੁਸੀਂ ਫਿਲਹਾਲ ਕਿਉਂਕਿ ਜਦੋਂ ਨੋਮਨਕਲੇਚਰ ਕਰਾਂਗੇ ਉਹਦੇ ਵਿੱਚ ਇਹਦੀ ਕਾਫੀ ਡਿਟੇਲ ਆ ਜਾਏਗੀ। ਹਾਲੇ ਸਿਰਫ ਤੁਸੀਂ ਇਹ ਯਾਦ ਰੱਖੋ ਬੈਂਜ਼ੀਨ ਰਿੰਗ ਦੀ ਪ੍ਰੈਜ਼ੈਂਸ ਹੁੰਦੀ ਹੈ। ਬੈਂਜ਼ੀਨ ਫਾਰਮੂਲਾ C6H6। C6H6 ਕਿਸ ਤਰ੍ਹਾਂ ਹੁੰਦਾ ਲੈਟ ਅਸ ਸੀ। ਇੱਕ ਕਾਰਬਨ, ਦੂਸਰਾ, ਤੀਸਰਾ, ਚੌਥਾ, 5th ਐਂਡ 6th ਰਿੰਗ ਹੈ। ਹੁਣ ਕਾਰਬਨ ਦੀ ਵੈਲੈਂਸੀ ਅਸੀਂ 4 ਪੂਰੀ ਰੱਖਣੀ ਹੈ, 1 2 3 ਹੈ। ਅਲਟਰਨੇਟ ਪੋਜੀਸ਼ਨ ਦੇ ਉੱਤੇ ਡਬਲ ਬੌਂਡ ਹੁੰਦਾ। ਅਲਟਰਨੇਟ ਪੋਜੀਸ਼ਨ ਦਾ ਮਤਲਬ ਹੈ ਇੱਕ ਬੌਂਡ ਛੱਡ ਕੇ ਦੂਸਰੇ 'ਤੇ।
एक बॉन्ड छड्ड के हुण जिहड़े मर्जी कार्बन की तुसीं वैलेंसी चैक कर सकते हो 4 ही होएगी 1 2 3 4 1 2 3 4 वटएवर जिथे भी तुसीं गिणोगे 4 ही होएगी। और इनू लाइन नोटेशन ते असीं इस तरीके नाल रिप्रजेंट कर लैंदे हां। कॉर्नर जिहड़े ने वो 6 बनाते ते जे उहदे च रिस्पैक्टिवली अल्टरनेट पोजीशनस उत्ते डबल बॉन्ड शो कर दईए तो वो एक बन जाती है बेंजीन का स्ट्रक्चर लाइन नोटेशन दे विच। दिस इज़ बेंजीन। वो कंपाउंड्स जिन्हां दे विच बेंजीन रिंग की प्रैजेंस होवे उन्हां नूं असीं बोलते हैं बेंजीनोइड्स, एरोमैटिक बेंजीनोइड्स। बेंजीनोइड्स ਇਹਦੇ ਵਿੱਚ ਹੋਰ ਕੰਪਾਊਂਡਸ ਜਿਹੜੇ ਨੇ ਉਹ ਰਿੰਗ ਦੇ ਨਾਲ ਬੈਂਜ਼ੀਨ ਰਿੰਗ ਦੇ ਨਾਲ ਕੋਈ ਗਰੁੱਪ ਵੀ ਲੱਗਾ ਹੋ ਸਕਦਾ। ਦਿਸ ਇਜ਼ ਮੈਂਟ ਫॉर ਐਨੀਲੀਨ। ਮਲਟੀਪਲ ਰਿੰਗ ਵੀ ਹੋ ਸਕਦੀ ਹੈ ਲਾਈਕ ਦਿਸ ਕਿ ਦੋ ਰਿੰਗਸ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ ਨੇ। ਕਾਰਬਨ ਦੀ ਵੈਲੈਂਸੀ ਜਿਹੜੀ ਹੈ ਹਰ ਜਗ੍ਹਾ ਜਿਹੜੀ ਉਹ 4 ਹੋएगी इस तरह। इनू असीं बोलते हैं नैप्थलीन। नैप्थलीन बॉल तुसीं सारिਆਂ ने सुने हुए हैं, फनैल ਦੀਆਂ गोलियां जिन्होंने बोलते हैं नैप्थलीन, वो है ऑर्गेनिक कंपाउंड है नैप्थलीन। दीज ऑल आर बेंजीनोइड्स जिन्हां च बेंजीन रिंग की प्रैजेंस है या बेंजीन हैगी है, दैट इज़ बेंजीनोइड्स। सैकेंड टाइप एरोमैटिक कंपाउंड्स दे विच तुसीं पढ़ी है नॉन बेंजीनोइड्स। नॉन बेंजीनोइड्स उन्हां च बेंजीन रिंग नहीं हुंदी, रिंग स्ट्रक्चर हुंदी है, पर इन्हां दे करैक्टरिस्टिक्स जिहड़े ने वो बेंजीन वर्गे हो सकते हैं। मल्टीपल बॉन्डिंग जिस तरह असीं कह रहे हैं, यह मल्टीपल बॉन्डिंग जिहड़ी है वो इस तरह हो सकती है। एक पर्टिकुलर एग्जाम्पल ही है, कोई ज़्यादा लंबे चौड़े यदि एग्जाम्पल्स नहीं हैगियां। यदि कोई एग्जाम्पल जी है वो चलती है दिस इज़ ट्रोपोन। ट्रोपोन हुण इह बेंजीन रिंग नहीं है, पर लेकिन अल्टरनेट पोजीशन के उत्ते जिहड़ा वो या मल्टीपल बॉन्डिंग असीं कह सकते कि जगह जगह जी है वो मल्टीपल बॉन्डिंग है, डबल बॉन्ड है, डबल बॉन्ड करैक्टर है नॉन बेंजीनोइड। तो एक जस्ट लाइक जिस तरह तुसीं पहले हेट्रोसाइक्लिक पढ़िया, एक उस तरह हेट्रोसाइक्लिक भी हुंदे ने, उन्हां नूं असीं बोलते हैं हेट्रोसाइक्लिक एरोमैटिक कंपाउंड्स। उन्हां दे विच भी मल्टीपल बॉन्डिंग हुंदी है, थर्ड टाइप आ जाती है, दैट इज़ हेट्रोसाइक्लिक एरोमैटिक कंपाउंड्स। हेट्रोसाइक्लिक एरोमैटिक कंपाउंड्स दे विच कुछ ऑर्गेनिक कंपाउंड इस तरह के या एरोमैटिक कंपाउंड्स इस तरह के जिन्हां दे विच उस तरह ही अदर दैन कार्बन एक जगह के उत्ते अदर दैन कार्बन होएगा तो नाल मल्टीपल बॉन्डिंग जिहड़ी है वो होएगी। इत्थे मैं एग्जाम्पल लवांगा दिस इज़ फ्यूरेन। ठीक है, जे इहदी जगह सल्फर लग जाए मल्टीपल बॉन्डिंग के नाल, दैट इज़ थायोपीन, डबल बॉन्ड नाल थायोपीन। ठीक है, जे कुछ स्ट्रक्चर रिंग टाइप स्ट्रक्चर तुहानूं इस तरह की नज़र आनी शुरू हो जाए, इत्थे ही बना देने पर लगी नाल नाइट्रोजन हुई है विद डबल बॉन्ड अल्टरनेट पोजीशन के उत्ते। दिस इज़ पेरिडीन, इस तरह है पेरिडीन। पेरिडीन, फ्यूरेन, थायोपीन एंड पेरिडीन। ठीक है, दिस इज़ ऑल अबाउट क्लासिफिकेशन ऑफ हाइड्रोकार्बन। ਇਹਦੇ ਵਿੱਚ ਤੁਸੀਂ जूनीयर लैवल के उत्ते होमोलोगस सीरीज़ वगैरह पढ़िया ही होया की हुंदा। फंक्शन ग्रुप बारे तुहानूं मैं नॉलेज देवांगा कि फंक्शन ग्रुप की हुंदा।
Functional group is a group of atoms which when present with a hydrocarbon chain changes all the properties of that hydrocarbon chain. ठीक है, मेरा ख्याल क्लासीफिकेशन ਤੇ क्लैरिटी हो गई है। मैं कुछ एक दो होर टर्म्स ਦੀ ਜਿਹੜੀ ਹੈ ਤੁਹਾਨੂੰ नॉलेज ਦੇ ਦਿੰਦਾ। फॉर एग्जाम्पल होमोलॉगी सीरीज़ पता है CH2 ਦੇ ਜਿਹੜੇ ਨੇ डिफरेंस ਦੇ ਨਾਲ ਕਾਰਬਨ ਚੇਨ ਜਿਹੜੀ ਵੱਧਦੀ ਹੈ, ਜਿਸ ਤਰ੍ਹਾਂ CH4 ਹੈ, C2H6 ਹੈ, C3H8 ਹੈ, ਇਹਨਾਂ ਸਾਰਿਆਂ ਦੇ ਵਿੱਚ CH2 ਦਾ ਜਿਹੜਾ ਗੈਪ ਆ ਰਿਹਾ ਦੈਟ ਇਜ਼ ਹੋਮੋਲੋਗਸ ਸੀਰੀਜ਼। ਇਹ ਤੁਸੀਂ 10th ਕਲਾਸ ਵਿੱਚ ਪੜ੍ਹਿਆ ਹੋਇਆ। ਫੰਕਸ਼ਨਲ ਗਰੁੱਪ ਇਹ ਕਾਫੀ ਇੰਪੋਰਟੈਂਟ ਟਰਮ ਹੈ। फंक्शनल ग्रुप की है? फंक्शनल ग्रुप है कि इट इज़ ए ग्रुप ऑफ एटम्स, इज ए ग्रुप ऑफ एटम्स which when joined or attached to a hydrocarbon chain changes all the properties of that hydrocarbon chain. ਹੁਣ ਇਹਦੀ ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦਿੰਦਾ। ਕਿਸੇ ਤੁਸੀਂ ਇਹ ਪੜ੍ਹਾਏ ਹੋ ਕਿ ਇਹ ਕੀ ਹੈ? ਦਿਸ ਇਜ਼ ਈਥੇਨ। ਇਥ ਐਨ ਦੋ ਸ਼ਬਦਾਂ ਨੂੰ ਮਿਲ ਕੇ ਬਣਿਆ, ਸਿੰਗਲ ਬੌਂਡ ਆ, ਐਨ ਆ ਗਿਆ, ਦੋ ਕਾਰਬਨ ਹੈ, ਇਥ। ਹੁਣ ਇੱਥੇ ਮੈਂ ਜੇ ਇਹ ਲਿਖ ਦੇਵਾਂ ਹੁਣ ਇਹ ਕੀ ਹੋ ਜਾਏਗਾ? दिस इज इथेनॉल और इथाइल एल्कोहल। ਹੁਣ ਹੋਇਆ ਕੀ? ਲੱਗਾ ਤਾਂ ਸਿਰਫ OH ਹੈ, ਲੱਗਾ ਸਿਰਫ OH ਹੈ। OH ਜਦੋਂ ਦੋ ਕਾਰਬਨ ਸਿੰਗਲ ਬੌਂਡ ਵਾਲੇ ਇਥੇਨ ਦੇ ਨਾਲ ਜੁੜਿਆ, ਅਟੈਚ ਹੋਇਆ, ਉਹਨਾਂ ਦੀਆਂ ਸਾਰੀਆਂ ਪ੍ਰੋਪਰਟੀਜ਼ ਚੇਂਜ। ਇਥੇਨ ਗੈਸੀਅਸ ਫਾਰਮ ਹੈ, ਜਦੋਂ OH ਲੱਗ ਗਿਆ ਉਹ ਇੱਕ ਅਲਕੋਹਲਿਕ ਫਾਰਮ ਬਣ ਗਈ। ਅਲਕੋਹਲ ਦੇਖੋ, ਅਲਕੋਹਲ ਇਜ਼ ਦ ਕੈਟੇਗਰੀ। ਜਦੋਂ ਅਲਕੋਹਲ ਮਾਈਂਡ ਦੇ ਵਿੱਚ ਆਉਂਦਾ, ਹਮੇਸ਼ਾ ਇੱਕੋ ਹੀ ਅਲਕੋਹਲ ਨਹੀਂ ਆਉਣੀ ਚਾਹੀਦੀ ਕਿ ਇਹ ਜਿਹੜੀ ਹੈ ਡਰਿੰਕ ਕਰਨ ਵਾਲੀ ਜਿਹੜੀ ਅਲਕੋਹਲ ਹੈ ਉਹ ਵੀ ਅਲਕੋਹਲ ਹੈ, ਇਥੇਨੋਲ ਹੀ ਹੈ, C2। ਹੁਣ ਮੰਨ ਲਓ ਇਹ ਮਿਥੇਨ ਹੈ, ਤੁਸੀਂ ਪਿੱਛੇ ਪੜ੍ਹ ਕੇ ਆਏ ਹੋ। ਦਿਸ ਇਜ਼ ਮਿਥ, ਇੱਕ ਕਾਰਬਨ ਸਿੰਗਲ ਬੌਂਡ ਐਨ, ਪਰ ਲੇਕਿਨ ਜੇ ਹੁਣ ਇਹਦੇ ਨਾਲ OH ਲੱਗ ਜਾਵੇ ਤਾਂ ਇਹ ਕੀ ਹੋ ਜਾਏਗੀ? ਮੀਥੇਨੋਲ, ਮਿਥਾਈਲ ਅਲਕੋਹਲ। ਅੰਡਰਸਟੈਂਡ? ਇੱਥੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਰਿਹਾ, ਦੈਟ ਇਜ਼ ਅਲਕੇਨ ਦੇ ਵਿੱਚੋਂ ਇੱਕ ਹਾਈਡਰੋਜਨ ਜਦੋਂ ਘਟ ਜਾਵੇ ਉਹ ਅਲਕਾਇਲ ਗਰੁੱਪ ਬਣ ਜਾਂਦਾ ਹੈ। ਅਲਕੇਨ ਦੇ ਵਿੱਚੋਂ ਇੱਕ ਹਾਈਡਰੋਜਨ ਘਟ ਕੇ ਕੋਈ ਹੋਰ ਗਰੁੱਪ ਨਾਲ ਲੱਗ ਜਾਵੇ, ਬਾਕੀ ਦਾ ਹਿੱਸਾ ਅਲਕਾਇਲ ਗਰੁੱਪ ਅਖਵਾਉਂਦਾ ਹੈ। ਫੋਰ ਐਗਜ਼ਾਮਪਲ ਇਹਦਾ ਮੋਲੀਕੂਲਰ ਫਾਰਮੂਲਾ ਕੀ ਹੈ? C2H6। ਇਥੇਨ ਦਾ ਇੰਨਾ ਹਿੱਸਾ C2H5, 1 2 3 4 5, ਇੱਕ ਹਾਈਡਰੋਜਨ ਨਿਕਲਿਆ, ਉਹਦੀ ਜਗ੍ਹਾ OH ਲੱਗ ਗਿਆ। ਇੰਨਾ ਹਿੱਸਾ ਕੀ ਹੋ ਗਿਆ? ਇਥਾਇਲ। ਅਲਕੇਨ ਤੋਂ ਅਲਕਾਇਲ, ਅਤੇ ਪਰਟੀਕੂਲਰ ਕੋਈ ਚੀਜ਼ ਹੋਏਗੀ ਉਹਦੇ ਤੋਂ ਉਹੀ ਚੀਜ਼ ਬਣੇਗੀ। ਇਹ ਜਿਸ ਤਰ੍ਹਾਂ ਮਿਥੇਨ ਹੈ, ਇੰਨਾ ਹਿੱਸਾ ਕੀ ਹੋ ਗਿਆ? CH3। ਦਿਸ ਇਜ਼ ਮਿਥਾइल, मिथाइल अल्कोहल है और मीथेनॉल है। मिथाइल जे प्रोपेन तो एक हाइड्रोजन उतर जाएगा, वो बन जाएगा प्रोपाइल। ब्यूटेन तो ब्यूटाइल एंड सो ऑन। मतलब ये अल्केन है, अल्केन सिंगल कार्बन चेन,
एक हाइड्रोजन घट के बाकी का हिस्सा किसी ग्रुप के नाल लग जाए वो अल्काइल बन जाता है। मैं तुहानूं डिस्कस कर रहा फंक्शनल ग्रुप। फंक्शनल ग्रुप जिहड़ा वो ग्रुप है एटम्स का जिहड़ा जदों किसी हाइड्रोकार्बन चेन दे नाल आंदा है उहदियां सारियां प्रॉपर्टीज़ चेंज कर दिंदा है। दैट इज़ फंक्शनल ग्रुप। हुण मेरे कोल एक फंक्शनल ग्रुप की प्रॉपर लिस्ट है क्योंकि ये बार बार यूज़ होने, इन्हां नूं तुसीं याद भी रखना है फंक्शनल ग्रुप्स नूं। ये लिस्ट जिहड़ी है ये बहुत ज़्यादा जरूरी है। मैं लिस्ट बना देना हुण। इस लिस्ट नूं तुसीं सारिਆਂ ने जिहड़ा अच्छी तरह याद रखना, याद करना। जिस तरह एल्कोहल है OH है तो इनू ओल ना दिता गया। ਇਹਦਾ ਜਿਹੜਾ एक आएगा एल्डिहाइड, ਉਹਦਾ फॉर्मूला ਜਿਹੜਾ वो CHO है, ਇਹਨੂੰ अल ਦਾ ਨਾਂ ਦਿੱਤਾ ਗਿਆ। ਇਹ मैं ਤੁਹਾਨੂੰ ਬਾਅਦ 'ਚ ਦੱਸਾਂਗਾ ਕਿੱਥੇ यूज़ होना। और ਇਹਨੂੰ ਇਸ ਤਰ੍ਹਾਂ ਵੀ ਪਾ ਲੈਂਦੇ ਅਸੀਂ कार्बन की वैलेंसी 4 1 2 3 4। फिर आ जाता कीटोन्स। कीटोन्स नूं असीं इस तरह लिखते हैं, इनू ओन लिखना 1 आ, प्रोनंसीएशन इहदी ओन है, ठीक है। दैन कार्बोक्सिलिक एसिड, इसका फॉर्मूला C++OH और इनू असीं इस तरह भी लिख देने। ਇਹਦਾ फिक्स यूज़ होंदा ओइक एसिड, ठीक। नैक्सट आर एसिड एमाइड्स। एमाइड, ठीक। दैन एसिड क्लोराइड, ऑयल क्लोराइड। देखो जिहड़ा मैं अगे बॉन्ड लगा रहा इसदा मतलब है यह अटैचड है, यह कार्बन चेन नाल अटैचड है, ठीक है। दैन एस्टर, एस्टर इज़ C++O OR। इधर अल्काइल ग्रुप होंदा O8। देखो लिस्ट काफ़ी लंबी चौड़ी होंदी है पर असीं वो यूज़ करने जिहड़े आम साढ़े नेमिंग दे विच जिन्हां ने यूज़ होना आम। जिथे किधरे कोई नवा आएगा उदों मैं तुहानूं नाल दस देवांगा। ईथर, ईथर ही एमीन, एमीन। इस तो इलावा जे कोई होर आएगा वो मैं तुहानूं नाल दी नाल दस देवांगा। तुसीं हली फिलहाल इन्हां नूं एज सच याद करना। दिस इज़ लिस्ट ऑफ फंक्शनल ग्रुप। यह फंक्शनल ग्रुप के फॉर्मूले ने। ये जदों असीं एक नाम लिखते जिस तरह ईथेनोल लिखिया उहदा फिक्स जिहड़ा जिन्होंने असीं पिछेतर कहने उहदे पिछे ओल लगा। इस तरह जो एल्डिहाइड होएगा उहदे पिछे AL लगेगा, कीटोन होएगा ओन लगेगा, ओइक एसिड एमाइड एंड सो ऑन, ठीक है। यह मैं जो नॉमनक्लेचर असीं करांगे नैक्सट लैक्चर दे विच उहदे विच यह चीज़ां जिहड़ियां ने वो डिस्कस हो जाणगियां, ठीक है। ये इस लैक्चर दे विच इन्ना ही। तुहानूं इंट्रोडक्शन सारी मिल गई है हाइड्रोकार्बन की ते नाल लिस्ट मिल गई है फंक्शनल ग्रुप की। तुसीं ये फंक्शनल ग्रुप नूं अपनी फाइनल जिहड़ी बुक है तुहाडी फेयर नोटबुक है उत्ते कोई चार्ट बना के अपने अगे जिहड़ा पेस्ट कर लो अपनी कंध दे उत्ते, आंदे जांदे उसनूं देखो, यह अपने आप याद होने शुरू हो जाएंगे, ठीक है। इन्हां नूं मैं लिख देवां कि मैं जिस तरह इत्थे COOH लिखिआ, एसिड एमाइड नूं जिहड़ा वो CONH2 भी लिख लिया जाता है, एसिड क्लोराइड नूं COCl भी लिखिया जाता है, एस्टर नूं C++OR भी लिखिया जाता है। इन्हां नूं मैं इत्थे खोल के स्ट्रक्चरली लिख दिता कि स्ट्रक्चर तुहानूं समझ आ जाए। कार्बन की वैलेंसी जिहड़ी वो 4 ही रहनी है, 1 2 3 4 1 2 3 4 1 2 3 4। इनू इस तरह भी लिखिया जाता तो इस तरह भी लिख लिया जाता, ठीक है।
ਇਹ ਸੀਗੀ ਲਿਸਟ ਆਫ ਹਾਈਡਰੋਕਾਰਬਨ ਸੌਰੀ ਫੰਕਸ਼ਨਲ ਗਰੁੱਪ। ਤੁਸੀਂ ਇਹਨਾਂ ਪਹਿਲੇ ਪੜ੍ਹੋ, ਇਸ ਲੈਕਚਰ ਨੂੰ ਵਿਊ ਕਰੋ, ਲਾਈਕ ਕਰੋ, ਸ਼ੇਅਰ ਕਰੋ, ਠੀਕ ਹੈ, ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮਚ।